ਹੈਲੋ ਦੋਸਤੋ, ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪੰਜਾਬ ਪਟਵਾਰੀ ਲਈ ਇੰਗਲਿਸ਼ ਗ੍ਰਾਮਰ ਦਾ ਨੈਕਸਟ ਟੌਪਿਕ ਵਨ ਵਰਡ ਸਬਸਟੀਟਿਊਸ਼ਨ। ਇਸ ਤੋਂ ਪਹਿਲੀਆਂ ਦੋ ਵੀਡੀਓਜ਼ ਦੇ ਵਿੱਚ ਆਪਾਂ ਲੈਟਰ ਏ ਐਂਡ ਲੈਟਰ ਬੀ ਤੋਂ ਸਟਾਰਟ ਹੋਣ ਵਾਲੇ ਵਨ ਵਰਡ ਸਬਸਟੀਟਿਊਸ਼ਨ ਕਵਰ ਕਰੇ ਸੀ ਐਂਡ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਲੈਟਰ ਸੀ ਤੋਂ ਸਟਾਰਟ ਹੋਣ ਵਾਲੇ ਵਨ ਵਰਡ ਸਬਸਟੀਟਿਊਸ਼ਨ। ਤੇ ਆਪਾਂ ਜਿੰਨੇ ਵੀ ਵਨ ਵਰਡ ਸਬਸਟੀਟਿਊਸ਼ਨ ਅੱਜ ਕਵਰ ਕਰਾਂਗੇ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਬਿਕੋਜ਼ ਇਹ ਸਾਰੇ ਹੀ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਵੀ ਪੁੱਛੇ ਜਾ ਚੁੱਕੇ ਨੇ। ਜਿੰਨੇ ਵੀ ਸਟੇਟ ਐਂਡ ਸੈਂਟਰ ਲੈਵਲ ਦੇ ਐਗਜ਼ਾਮਸ ਨੇ ਉਹਨਾਂ ਸਭ ਦੇ ਵਨ ਵਰਡ ਸਬਸਟੀਟਿਊਸ਼ਨ ਨੂੰ ਇਕੱਠੇ ਕਰਕੇ ਅੱਜ ਆਪਾਂ ਇਹ ਵੀਡੀਓ ਤਿਆਰ ਕਰੀ ਹੈ ਤਾਂ ਕਿ ਆਪਾਂ ਨੂੰ ਸਾਰੇ ਜਿੰਨੇ ਵੀ ਇੰਪੋਰਟੈਂਟ ਸੀ ਲੈਟਰਸ ਵਾਲੇ ਵਨ ਵਰਡ ਸਬਸਟੀਟਿਊਸ਼ਨ ਹੈ ਉਹ ਯਾਦ ਹੋ ਜਾਣ। ਤਾਂ ਚਲੋ ਸਟਾਰਟ ਕਰਦੇ ਹਾਂ ਆਪਣੀ ਵੀਡੀਓ। ਫਸਟ ਵਨ ਇਜ਼ ਅ ਹਾਰਸ਼ ਕਿਓਟਿਕ ਮਿਕਸਚਰ ਆਫ ਸਾਊਂਡਸ, ਮਤਲਬ ਬੇਸੁਰੀਆਂ ਆਵਾਜ਼ਾਂ ਦਾ ਮਿਕਸਚਰ, ਹਾਰਸ਼ ਸਾਊਂਡਸ ਦਾ ਮਿਕਸਚਰ, ਉਹਨੂੰ ਕੀ ਕਿਹਾ ਜਾਂਦਾ ਹੈ? ਕੈਕੋਫਨੀ। ਓਕੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਕਾਂ ਰੋਲੀ ਪੈਣੀ, ਕਿ ਕੁਝ ਵੀ ਸਮਝ ਨਾ ਆਉਣਾ ਸਾਹਮਣੇ ਖੜੇ ਬੰਦੇ ਨੂੰ, ਕਿਉਂਕਿ ਹਰ ਇੱਕ ਬੰਦਾ ਕੁਝ ਨਾ ਕੁਝ ਬੋਲੀ ਜਾ ਰਿਹਾ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਕੈਕੋਫਨੀ। ਨੈਕਸਟ ਹੈ ਅ ਪਰਸਨ ਹੂ ਰਾਈਟਸ ਡੈਕੋਰੇਟਿਵਲੀ, ਮਤਲਬ ਸੁੰਦਰ ਲਿਖਾਈ ਲਿਖਣ ਵਾਲਾ ਬੰਦਾ, ਉਹਨੂੰ ਕੀ ਕਿਹਾ ਜਾਂਦਾ ਹੈ? ਕੈਲੀਗ੍ਰਾਫਰ। ਦ ਐਕਟ ਆਫ ਪ੍ਰੋਡਿਊਸਿੰਗ ਬਿਊਟੀਫੁਲ ਹੈਂਡ ਰਾਈਟਿੰਗ ਯੂਜ਼ਿੰਗ ਅ ਬਰਸ਼ ਔਰ ਅ ਸਪੈਸ਼ਲ ਪੈਨ, ਤੇ ਬਿਊਟੀਫੁਲ ਹੈਂਡ ਰਾਈਟਿੰਗ ਲਿਖਣ ਦੀ ਕਲਾ ਨੂੰ ਕੀ ਕਿਹਾ ਜਾਂਦਾ ਹੈ? ਕੈਲੀਗ੍ਰਾਫੀ। ਓਕੇ, ਉਸ ਬੰਦੇ ਨੂੰ ਕਿਹਾ ਜਾਂਦਾ ਕੈਲੀਗ੍ਰਾਫਰ ਐਂਡ ਉਸ ਸਕਿੱਲ ਨੂੰ ਕਿਹਾ ਜਾਂਦਾ, ਬਿਊਟੀਫੁਲ ਹੈਂਡ ਰਾਈਟਿੰਗ ਲਿਖਣ ਦੀ ਸਕਿੱਲ ਨੂੰ ਕਿਹਾ ਜਾਂਦਾ ਹੈ ਕੈਲੀਗ੍ਰਾਫੀ। ਨੈਕਸਟ ਹੈ ਅ ਮੈਨ ਡਿਵੋਇਡ ਆਫ ਕਾਈਂਡ ਫੀਲਿੰਗਸ ਐਂਡ ਸਿੰਪਥੀ, ਮਤਲਬ ਜਿਸ ਬੰਦੇ ਵਿੱਚ ਕਾਈਂਡ ਫੀਲਿੰਗਸ ਐਂਡ ਸਿੰਪਥੀ ਨਾ ਹੋਵੇ ਉਹਨੂੰ ਕੀ ਕਿਹਾ ਜਾਂਦਾ ਹੈ? ਕੈਲਸ। ਨੈਕਸਟ ਹੈ that which makes it difficult to recognize the presence or real nature of something, ਮਤਲਬ ਕਿਸੇ ਵੀ ਚੀਜ਼ ਦੀ ਰੀਅਲ ਨੇਚਰ ਜਾਂ ਉਹਦੀ ਪ੍ਰੈਜ਼ੈਂਸ ਨੂੰ ਛੁਪਾਉਣਾ, ਉਹਨੂੰ ਕੀ ਕਿਹਾ ਜਾਂਦਾ ਹੈ? ਕੈਮੋਫਲੇਗ। ਓਕੇ, ਕਿ ਕਿਸੇ ਚੀਜ਼ ਦੀ ਜਾਂ ਕਿਸੇ ਬੰਦੇ ਦੀ ਰੀਅਲ ਆਇਡੈਂਟੀਟੀ ਨੂੰ ਛੁਪਾਉਣਾ ਬਹੁਤ ਡਿਫੀਕਲਟ ਹੋਵੇ, ਠੀਕ ਹੈ, ਬਹੁਤ ਡਿਫੀਕਲਟ ਮੰਨਿਆ ਜਾਵੇ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ? ਕੈਮੋਫਲੇਗ। ਨੈਕਸਟ ਹੈ ਵਨ ਹੂ ਈਟਸ ਹਿਊਮਨ ਫਲੈਸ਼। ਹਿਊਮਨ ਫਲੈਸ਼ ਮਤਲਬ ਬੰਦੇ ਦਾ ਮਾਸ ਖਾਣ ਵਾਲਾ ਜਿਹੜਾ ਇਨਸਾਨ ਹੋਵੇ ਉਹਨੂੰ ਕੀ ਕਹਿੰਦੇ ਨੇ? ਕੈਨੀਬਲ। ਨੈਕਸਟ ਇਜ਼ ਲਵ ਫॉर ਡੌਗਸ, ਮਤਲਬ ਕੁੱਤਿਆਂ ਪ੍ਰਤੀ ਪਿਆਰ ਹੋਣਾ, ਦੈਟ ਇਜ਼ ਕਾਲਡ ਕੈਨੋਫੀਲੀਆ। ਓਕੇ, ਦੈਟ ਇਜ਼ ਕਾਲਡ ਕੈਨੋਫੀਲੀਆ। ਹਾਊਸ ਔਰ ਅ ਸ਼ੈਲਟਰ ਆਫ ਜਿਪਸੀ, ਮਤਲਬ ਕਿ ਜਿਹੜਾ ਟਰੈਵਲ, ਮਤਲਬ ਅਜਿਹਾ ਘਰ ਜਿਹੜਾ ਟਰੈਵਲ ਕਰੇ, ਜਿਵੇਂ ਬੱਗੀ ਜਿਵੇਂ ਹੁੰਦੀ ਆ ਉਹਨੂੰ ਕਹਿ ਦਿੰਦੇ ਆ, ਠੀਕ ਹੈ, ਉਹ ਮਤਲਬ ਚੱਲ ਸਕਦੀ ਹੈ, ਠੀਕ ਹੈ, ਉਹਦੇ ਟਾਇਰ ਲੱਗੇ ਹੁੰਦੇ ਆ ਤਾਂ ਉਹ ਮੂਵ ਕਰ ਸਕਦੀ ਹੈ, ਤਾਂ ਉਹਨੂੰ ਕੀ ਕਹਿੰਦੇ ਨੇ? ਕਾਰਵਾਂ। ਠੀਕ ਹੈ, ਕਾਰਵਾਂ ਕਿਹਨੂੰ ਕਿਹਾ ਜਾਂਦਾ ਹੈ? ਉਹ ਹਾਊਸ ਜਾਂ ਸ਼ੈਲਟਰ ਜਿਹੜਾ ਕਿ ਮੂਵ ਕਰ ਸਕੇ। ਇਹ ਬੇਸਿਕਲੀ ਜਿਹੜੇ ਸਲੇਵਸ ਵਗੈਰਾ ਨੇ ਉਹਨਾਂ ਦੁਆਰਾ ਯੂਜ਼ ਕੀਤਾ ਜਾਂਦਾ ਸੀ ਏਂਸ਼ੀਅੰਟ ਟਾਈਮਸ ਦੇ ਵਿੱਚ। ਨੈਕਸਟ ਹੈ ਅ ਪਿਕਚਰ ਆਫ ਅ ਪਰਸਨ ਔਰ ਅ ਥਿੰਗ ਡਰੋਨ ਇਨ ਸੱਚ ਅ ਹਾਈਲੀ ਐਗਜ਼ੈਗਰੇਟਿਡ ਮੈਨਰ ਟੂ ਕੋਜ਼ ਅ ਲਾਫਟਰ, ਮਤਲਬ ਲੋਕਾਂ ਨੂੰ ਹਸਾਉਣ ਲਈ ਜਿਹੜੀ ਪਿਕਚਰ ਬਣਾਈ ਜਾਵੇ ਉਹਨੂੰ ਕੀ ਕਿਹਾ ਜਾਂਦਾ ਹੈ? ਕੈਰੀਕੇਚਰ। ਨੈਕਸਟ ਹੈ ਅ ਪਰਸਨ ਹੂ ਡਰੋਜ਼ ਔਰ ਪ੍ਰੋਡਿਊਸਿਸ ਮੈਪਸ, ਮਤਲਬ ਨਕਸ਼ੇ ਬਣਾਉਣ ਵਾਲਾ ਬੰਦਾ, ਦੈਟ ਇਜ਼ ਕਾਲਡ ਕਾਰਟੋਗ੍ਰਾਫਰ। ਐਂਡ ਸਾਇੰਸ ਆਫ ਪ੍ਰੈਕਟਿਸ ਆਫ ਮੈਪ ਡਰਾਇੰਗ, ਮਤਲਬ ਨਕਸ਼ੇ ਬਣਾਉਣ ਦੀ ਵਿਦਿਆ ਨੂੰ ਕੀ ਕਿਹਾ ਜਾਂਦਾ? ਸਾਇੰਸ ਨੂੰ ਕੀ ਕਿਹਾ ਜਾਂਦਾ ਹੈ? ਕਾਰਟੋਗ੍ਰਾਫੀ। ਅ ਹਿਊਮਰਸ ਡਰਾਇੰਗ ਡੀਲਿੰਗ ਵਿਦ ਕਰੰਟ ਇਵੈਂਟਸ ਔਰ ਪੋਲੀਟਿਕਸ, ਠੀਕ ਹੈ, ਇੱਕ ਹਿਊਮਰਸ ਮੀਨਸ ਜਿਹੜੀ ਕਿ ਐਂਟਰਟੇਨ ਕਰੇ ਲੋਕਾਂ ਨੂੰ, ਹਸਾਉਣ ਵਾਲੀ ਡਰਾਇੰਗ, ਡੀਲਿੰਗ ਵਿਦ ਕਰੰਟ ਇਵੈਂਟਸ ਔਰ ਪੋਲੀਟਿਕਸ, ਠੀਕ ਹੈ, ਜਿਹੜੇ ਕਿ ਕਰੰਟ ਇਵੈਂਟਸ ਨੂੰ ਪਿਕਚਰਾਈਜ਼ ਕਰੇ, ਦੈਟ ਇਜ਼ ਕਾਲਡ ਕਾਰਟੂਨ। ਨੈਕਸਟ ਹੈ ਅ ਲਾਰਜ ਡੀਪ ਪੋਟ ਯੂਜ਼ਡ ਬੋਥ ਇਨ ਅ ਓਵਨ ਔਰ ਐਜ਼ ਅ ਸਰਵਿੰਗ ਵੈਸਲ, ਮਤਲਬ ਉਹ ਲਾਰਜ ਐਂਡ ਡੀਪ ਪੋਟ, ਡੀਪ ਬਰਤਨ ਜਿਹੜਾ ਕਿ ਓਵਨ ਦੇ ਵਿੱਚ ਵੀ ਯੂਜ਼ ਕੀਤਾ ਜਾ ਸਕਦਾ ਹੈ ਐਂਡ ਉਹਨੂੰ ਐਜ਼ ਅ ਸਰਵਿੰਗ ਯੂਟੈਂਸਿਲ ਵੀ ਯੂਜ਼ ਕੀਤਾ ਜਾ ਸਕਦਾ ਹੈ, ਦੈਟ ਇਜ਼ ਕਾਲਡ ਕੈਸਰੋਲ। ਨੈਕਸਟ ਹੈ ਅ ਲਿਸਟ ਆਫ ਬੁੱਕਸ ਅਵੇਲੇਬਲ ਇਨ ਅ ਲਾਇਬ੍ਰੇਰੀ। ਦੇ ਵਿੱਚ ਜਿਹੜੀਆਂ ਬੁੱਕਸ ਹੁੰਦੀਆਂ ਉਹਨਾਂ ਦੀ ਲਿਸਟ ਨੂੰ ਕੀ ਕਿਹਾ ਜਾਂਦਾ ਹੈ? ਕੈਟਾਲੌਗ।
causing a great damage or suffering, बहुत ज़्यादा दुख पहुंचाना या बहुत ज़्यादा सफरिंग कॉज करन वाली चीज़, सफरिंग पैदा करन वाली चीज़, दैट इज़ कॉल्ड कैटेस्ट्रॉफिक। अ लार्ज डीप मैटल पोट यूज्ड फॉर कुकिंग ओवर ओपन फायर, मतलब चलदी अग ते रखण वाला जिहड़ा बर्तन हुंदा है उहनूं की कहा जांदा है? कॉलड्रॉन। नैक्सट है सोल्जर्स हु फाइट ऑन हॉर्सबैक, मतलब घोड़े की पिठ ते बैठ के लड़न वाले सोल्जर्स, घुड़सवार जिन्हों आपां कहने आ उहनूं की कहा जांदा है? कैवलरी। टू जंप और डांस अराउंड एक्साइटेडली, मतलब एक्साइटमेंट दे विच इधर उधर डांस करना या उछल कूद करनी, दैट इज कॉल्ड कैवॉट। अ साउंड ऑफ अ क्रो, एक कौए की आवाज़ नूं की कहा जाता है? कॉ। एन एग्रीमेंट बिटवीन द टू कंट्रीज और ग्रुप्स टू स्टॉप फाइटिंग, दो देशों या दो पार्टीज दे विच होण वाले युद्ध नूं रोकना, उस एग्रीमेंट नूं की कहा जाता है जिहदे कारण युद्ध दे विच विराम आंदा है, दैट इज़ कॉल्ड सीज फायर। द स्टेट ऑफ लिविंग अनमैरिड, मतलब कुआरा रहना, कुवारापन, जिन्हों आप ब्रह्मचार्य भी कह दिंदे आ, ब्रह्मचर्या, दैट इज़ कॉल्ड सेलिबेसी। अंडरग्राउंड प्लेस फॉर स्टोरिंग वाइन एंड अदर प्रोविजनस, वाइनस या बाकी सारी चीज़ों नूं रखण लई जिहड़ी अंडरग्राउंड जगह बनाई हुंदी है, जिन्हों तहखाना कह दिंदे आपां, दैट इज़ कॉल्ड सैलर। प्लेस ऑफ ब्यूरियल स्पैशली नोट इन चर्चयार्ड, ठीक है, मतलब जिथे मुर्दे दबे जान, दैट इज़ कॉल्ड सेमेट्री, कब्रिस्तान जिन्हों आपां कह दिंदे आ। कंप्लीटिंग अ पीरियड ऑफ 100 ईयर्स, 100 सालां द पीरियड, दैट इज़ कॉल्ड सेंटेनियल। सेंट आपां नूं पता है सेंट वर्ड इज़ यूज्ड फॉर 100, ठीक है, 100 ਲਈ सेंट वर्ड यूज़ किया जाता है, एंड 100 सालों के पीरीयड नूं की कहा जाता है? सेंटेनियल, ठीक है। इस तरह आप पढ़िया सी कि जिहड़ी चीज़ 2 सालों बाद घटे, दैट इज़ कॉल्ड बायएनियल, तो इस तरह 100 सालों बाद आने वाली चीज़ या 100 सालों का पीरीयड, दैट इज़ कॉल्ड सेंटेनियल। नेक्स्ट है रब अ पार्ट ऑफ अ बॉडी टू रीस्टोर वार्मथ और सेंसेशन, मतलब किसी बॉडी पार्ट नूं गर्मी पैदा करने लई रब करना, जिवें आपां हत्थ रगड़दे हां, हत्थ रब करदे हां सर्दियां दे विच ताकि उन्हां दे विच वार्मथ क्रिएट होवे, दैट इज़ कॉल्ड शेफ। वैक्सेशन फॉर ह्यूमिलिएशन ऑफ डिसअपॉइंटमेंट, मतलब किसी चीज़ तो चिड़ना, दैट इज़ कॉल्ड कैग्रीन। नेक्स्ट है अ चाइल्ड सीक्रेटली चेंजिस फॉर एन अदर इन इन्फेंसी, मतलब जो बच्चा होया होया हुंदा है, इन्फेंट हुंदा है, तो उन्होंने किसी दूजे बच्चे नाल बदल देना, दैट इज़ कॉल्ड चेंजलिंग। स्मॉल रूम फॉर वर्शिप, मतलब पूजा करने लई एक छोटा जिहा रूम, जिन्हों आपां पूजा घर कह दिंदे आ, दैट इज़ कॉल्ड चेपल। एक्सरसाइजिंग अ कंपैलिंग चार्म, मतलब जिहदे विच बहुत ज़्यादा आकर्षण होवे, ठीक है, अट्रैक्टिव पावर्स होन, उस व्यक्ति नूं की कहा जाता है? कैरिस्मैटिक। परसन हु प्रिटेंड्स टू हैव स्पैशल नॉलेज और स्किल, मतलब जिहड़ा बंदा ढोंग करे कि मेरे विच यह नॉलेज है, मैनू यह नॉलेज है, या मेरे विच यह कला है, कोई स्किल है, दैट इज़ कॉल्ड कारलैटन। नेक्स्ट इज द बेस फ्रेम ऑफ अ कार और अनदर व्हील्ड व्हीकल, मतलब किसी भी व्हीकल का या किसी कार का जिहड़ा बेस फ्रेम हुंदा, जिहड़ा मतलब सब तो ज़्यादा बेसिक मॉडल हुंदा है, एक तरह आप कह सकते हैं आधारभूत ढांचा, मतलब बेसिक मॉडल हुंदा है, दैट इज़ कॉल्ड कैसिस। अ पर्सन एम्प्लॉयड टू ड्राइव अ प्राइवेट और हायर्ड कार, ठीक है, मतलब चाहे प्राइवेट या कोई उधार लिती गई हायर की हुई कार, उन्होंने चलाउण वाला बंदा, दैट इज़ कॉल्ड शॉफर।
ਪਾਮ ਰੀਡਿੰਗ मतलब ਜਿਹੜਾ ਹਥੇਲੀ ਦੇਖ ਕੇ ਭਵਿੱਖ ਦੱਸਦਾ ਹੈ, ਠੀਕ ਹੈ। ਹਥੇਲੀ ਦੇਖ ਕੇ ਭਵਿੱਖ ਦੱਸਣਾ, ਉਸ ਕਲਾ ਨੂੰ ਕੀ ਕਿਹਾ ਜਾਂਦਾ ਹੈ? ਕਾਇਰੋਮੈਂਸੀ। ਅ ਪਰਸਨ ਹੂ ਟਰੀਟਸ ਫੁੱਟ ਰਿਲੇਟਿਡ ਪ੍ਰੋਬਲਮ, ਪੈਰਾਂ ਨਾਲ ਰਿਲੇਟਿਡ ਪ੍ਰੋਬਲਮਸ ਨੂੰ ਟਰੀਟ ਕਰਨ ਵਾਲਾ ਡਾਕਟਰ, ਦੈਟ ਇਜ਼ ਕਾਲਡ ਕਾਇਰੋਪੋਡਿਸਟ। ਬੋਡੀ ਆਫ ਸਿੰਗਰਸ ਮਤਲਬ ਗਾਇਕਾਂ ਦੀ ਮੰਡਲੀ, ਸਿੰਗਰਸ ਦੀ ਮੰਡਲੀ, ਸਿੰਗਰਸ ਦਾ ਗਰੁੱਪ, ਉਹਨੂੰ ਕੀ ਕਿਹਾ ਜਾਂਦਾ ਹੈ? ਕੁਆਇਰ, ਕੁਆਇਰ। ਅ ਰੂਟੀਨ ਟਾਕ, ਅ ਰੂਟੀਨ ਟਾਸਕ ਸਪੈਸ਼ਲੀ ਅ ਹਾਊਸਹੋਲਡ ਵਨ, ਮਤਲਬ ਘਰ ਦੇ ਰੋਜ਼ਮर्रा ਦੇ ਕੰਮ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਕੋਰ। ਆਪਾਂ ਕਹਿ ਦਿੰਦੇ ਨਾ ਹਾਊਸਹੋਲਡ ਕੋਰਸ, ਉਹੀ ਹੈ ਇਹ। ਵਨ ਹੂ ਪਲੈਨਸ ਦ ਸਟੈਪਸ ਐਂਡ ਮੂਵਸ ਇਨ ਅ ਡਾਂਸ, ਠੀਕ ਹੈ। ਮਤਲਬ ਜਿਹੜਾ ਬੰਦਾ ਡਾਂਸ ਸਟੈਪਸ ਨੂੰ ਪਲਾਨ ਕਰੇ ਐਂਡ ਉਸ ਅਕੋਰਡਿੰਗ ਡਾਂਸ ਕਰਵਾਵੇ ਲੋਕਾਂ ਨੂੰ, ਦੈਟ ਇਜ਼ ਕਾਲਡ ਕੋਰੀਓਗ੍ਰਾਫਰ। ਐਂਡ ਦ ਸਟੱਡੀ ਔਰ ਪ੍ਰੈਕਟਿਸ ਆਫ ਡਾਂਸਿੰਗ ਔਰ ਕੰਪੋਜ਼ਿੰਗ ਬੈਲੇ, ਇਸੇ ਤਰ੍ਹਾਂ ਇਸ ਕਲਾ ਨੂੰ ਕੀ ਕਿਹਾ ਜਾਂਦਾ ਹੈ? ਡਾਂਸ ਕਰਾਉਣ ਵਾਲੀ, ਜਿਹੜਾ ਬੰਦਾ ਡਾਂਸ ਸਿਖਾਵੇ, ਦੈਟ ਇਜ਼ ਕਾਲਡ ਉਸ ਕਲਾ ਨੂੰ ਕੀ ਕਿਹਾ ਜਾਂਦਾ ਹੈ? ਕੋਰੀਓਗ੍ਰਾਫੀ। ਟੂ ਯੂਜ਼ ਫॉर द फर्स्ट टाइम, ਪਹਿਲੀ ਵਾਰ ਯੂਜ਼ ਕਰਨਾ ਕਿਸੇ ਚੀਜ਼ ਨੂੰ, ਦੈਟ ਇਜ਼ ਕਾਲਡ ਕ੍ਰਿਸਟਨ। ਅਰੇਂਜਮੈਂਟ ਇਨ ਅ ਆਰਡਰ ਆਫ ਅਕਰੈਂਸ, ਮਤਲਬ ਕਿਸੇ ਨੂੰ ਸਹੀ ਆਰਡਰ ਵਿੱਚ, ਕ੍ਰਮ ਅਨੁਸਾਰ, ਮਤਲਬ ਜਿਹੜੀ ਚੀਜ਼ ਪਹਿਲਾਂ ਹੋਈ ਹੈ ਉਹਨੂੰ ਪਹਿਲੇ ਨੰਬਰ 'ਤੇ ਰੱਖਣਾ, ਜਿਹੜੀ ਚੀਜ਼ ਉਸ ਤੋਂ ਬਾਅਦ ਹੈਪਨ ਹੋਈ ਹੈ ਉਹਨੂੰ ਦੂਜੇ ਨੰਬਰ 'ਤੇ ਅਰੇਂਜ ਕਰਨਾ। ਇਸ ਅਕੋਰਡਿੰਗ ਅਰੇਂਜ ਕਰਨ ਦੀ ਜਿਹੜੀ ਅਰੇਂਜਮੈਂਟ ਹੈ ਸੀਰੀਅਲ ਆਰਡਰ ਵਿੱਚ ਅਰੇਂਜ ਕਰਨਾ, ਦੈਟ ਇਜ਼ ਕਾਲਡ ਕ੍ਰੋਨੋਲੋਜੀਕਲ, ਕ੍ਰੋਨੋਲੋਜੀਕਲ। एन अरेंजमेंट ऑफ इवेंट्स और डेट्स इन ऑर्डर ऑफ देयर अकरेंस, ठीक है। और इसे अरेंजमेंट ਨੂੰ ਕੀ ਕਿਹਾ ਜਾਂਦਾ ਵੈ? क्रोनोलॉजी। एन इंस्ट्रूमेंट फॉर मेजरिंग टाइम एक्यूरेटली इन स्पाइट ऑफ मोशन और वराइटीज और वेरिएशंस इन टैंपरेचर, ह्यूमिडिटी एंड एयर प्रेशर, मतलब ਉਹ इंस्ट्रूमेंट ਜਿਹੜਾ बिल्कुल एक्यूरेट, ਜਿਹੜਾ बिल्कुल सही समय दसे बिना ਟੈਂਪਰੇਚਰ, ਹਿਊਮਿਡਿਟੀ ਔਰ ਏਅਰ ਪ੍ਰੈਸ਼ਰ ਦੇ ਵੇਰੀਏਸ਼ਨਸ ਤੋਂ, ਮਤਲਬ ਟੈਂਪਰੇਚਰ, ਹਿਊਮਿਡਿਟੀ, ਏਅਰ ਪ੍ਰੈਸ਼ਰ 'ਚ ਜਿੰਨੀ ਮਰਜ਼ੀ ਵੇਰੀਏਸ਼ਨਸ ਆਈ ਜਾਣ, ਉਹਦੇ ਬਾਵਜੂਦ ਵੀ ਜਿਹੜਾ ਇੰਸਟਰੂਮੈਂਟ ਇੱਕਦਮ ਸਹੀ ਸਮੇਂ ਦੱਸੇ ਕਿਸੇ ਵੀ ਸਥਾਨ ਦਾ, ਉਸ ਇੰਸਟਰੂਮੈਂਟ ਨੂੰ ਕੀ ਕਿਹਾ ਜਾਂਦਾ ਹੈ? ਕ੍ਰੋਨੋਮੀਟਰ, ਠੀਕ ਹੈ। ਮੀਨਸ ਕ੍ਰੋਨੋ ਵਰਡ ਜਿਹੜਾ ਹੈ ਉਹ ਸੀਰੀਅਲ ਆਰਡਰ ਲਈ ਯੂਜ਼ ਕੀਤਾ ਜਾਂਦਾ ਹੈ, ਬਿਲਕੁਲ ਐਗਜ਼ੈਕਟ ਟਾਈਮ ਲਈ। ਤਾਂ 3 ਦੇ ਵਿੱਚ ਆ ਚੁੱਕਾ ਹੁਣ ਤੱਕ ਕ੍ਰੋਨੋਲੋਜੀਕਲ, ਕ੍ਰੋਨੋਲੋਜੀ ਐਂਡ ਕ੍ਰੋਨੋਮੀਟਰ, ਤਾਂ ਤੁਸੀਂ ਯਾਦ ਰੱਖਣਾ ਹੈ ਇਹ। ਨੈਕਸਟ ਹੈ ਰੂਡ ਇਨ ਅ ਮੀਨ ਸਪਿਰਿਟਿਡ ਐਂਡ ਸ਼ੋਰਲੀ ਵੇ, ਮਤਲਬ ਜਿਹੜਾ ਬੰਦਾ ਬਹੁਤ ਹੀ ਜ਼ਿਆਦਾ ਮੀਨ ਹੋਵੇ, ਠੀਕ ਹੈ, ਐਂਡ ਉਹਨੂੰ ਬਿਲਕੁਲ ਮੈਨਰਸ ਨਾ ਹੋਣ, ਉਹਨੂੰ ਕੀ ਕਿਹਾ ਜਾਂਦਾ ਹੈ? ਕਰਲਿਸ਼। ਐਕਸਟ੍ਰੀਮ ਸੈਲਫ ਕੌਨਫੀਡੈਂਸ ਔਰ ਔਡੈਸਿਟੀ, ਮਤਲਬ ਖੁਦ ਦੇ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਹੋਣਾ, ਉਹਨੂੰ ਕੀ ਕਹਿੰਦੇ ਨੇ? ਕਰਡਸਪਾ। ਅਰਾਊਂਡ ਅਬਾਊਟ ਵੇ ਆਫ ਐਕਸਪ੍ਰੈਸ਼ਨ, ਮਤਲਬ ਕਿਸੇ ਗੱਲ ਨੂੰ ਘੁਮਾ ਫਿਰਾ ਕੇ ਕਹਿਣਾ, ਉਹਨੂੰ ਕੀ ਕਿਹਾ ਜਾਂਦਾ ਹੈ? ਸਰਕਮਲੋਕਿਊਸ਼ਨ। ਕਲਿਊਜ਼ ਅਵੇਲੇਬਲ ਐਟ ਦਾ ਸੀਨ, ਮਤਲਬ ਕਿਸੇ ਵੀ ਚੀਜ਼ ਨੂੰ ਉਹਦੀ ਕੰਡੀਸ਼ਨਸ ਦੇ ਆਧਾਰ 'ਤੇ ਜੱਜ ਕਰਨਾ, ਦੈਟ ਇਜ਼ ਕਾਲਡ ਸਰਕਮਸਟੈਂਸ਼ੀਅਲ। A fortress typically one on high ground above a city, मतलब ਕਿਸੇ ਸਿਟੀ ਦੇ ਬਹੁਤ ਉੱਚੀ ਜਗ੍ਹਾ 'ਤੇ ਜਦੋਂ ਕੋਈ ਫੋਰਟ ਬਣਿਆ ਹੁੰਦਾ, ਕੋਈ ਕਿਲਾ ਬਣਿਆ ਹੁੰਦਾ, ਉਹਨੂੰ ਕੀ ਕਿਹਾ ਜਾਂਦਾ ਹੈ? ਸਿਟਾਡੈਲ। all the arts beliefs and social institutions etc characteristics of a race, ਮਤਲਬ ਜਿਹਨੂੰ ਆਪਾਂ ਸੱਭਿਅਤਾ ਕਹਿ ਦਿੰਦੇ ਹਾਂ ਕਿ ਕਿਸੇ ਪਰਟੀਕੂਲਰ ਟਾਈਮ ਦੇ ਆਰਟਸ, ਬਿਲੀਫਸ ਅਤੇ ਸੋਸ਼ਲ ਇੰਸਟੀਟਿਊਸ਼ਨਸ ਵਗੈਰਾ ਨੂੰ ਕੀ ਕਿਹਾ ਜਾਂਦਾ ਹੈ? ਸਿਵਿਲਾਈਜੇਸ਼ਨ, ਠੀਕ ਹੈ। ਜਿਵੇਂ ਆਪਾਂ ਪੜ੍ਹਿਆ ਇੰਡਸ ਵੈਲੀ ਸਿਵਿਲਾਈਜੇਸ਼ਨ ਕੀ, ਹੜੱਪਾ ਸੱਭਿਅਤਾ ਕੀ ਸੀ, ਤਾਂ ਉਹੀ ਚੀਜ਼ ਹੈ ਇਹ। ਨੈਕਸਟ ਇਜ਼ to make a sharp sound or series of sounds as a result of hard object striking another, ਜਦੋਂ ਦੋ ਵਸਤੂਆਂ ਆਪਸ ਵਿੱਚ ਤੇਜ਼ ਟਕਰਾਉਣ ਤਾਂ ਜਿਹੜੀ ਸਾਊਂਡ ਪ੍ਰੋਡਿਊਸ ਹੁੰਦੀ ਹੈ ਉਹਨੂੰ ਕੀ ਕਿਹਾ ਜਾਂਦਾ ਹੈ? ਕਲੈਕ।
ਮੇਕਿੰਗ ਅ ਲਾਊਡ ਐਂਡ ਕਨਫਿਊਜ਼ਡ ਨੋਇਸ, ਮਤਲਬ ਬਹੁਤ ਜ਼ਿਆਦਾ ਉੱਚੀ ਅਤੇ ਕਨਫਿਊਜ਼ਡ ਆਵਾਜ਼ ਪੈਦਾ ਕਰਨੀ, ਦੈਟ ਇਜ਼ ਕਾਲਡ ਕਲੈਮਰਸ। ਅ ਫੀਅਰ ਆਫ ਕਲੋਜ਼ਡ ਔਰ ਡਾਰਕ ਪਲੇਸਿਸ, ਠੀਕ ਹੈ, ਕਿ ਅੰਧੇਰੇ ਦਾ ਡਰ ਹੋਣਾ, ਉਹਨੂੰ ਕੀ ਕਿਹਾ ਜਾਂਦਾ ਹੈ, ਜਾਂ ਕਿਸੇ ਬੰਦ ਜਗ੍ਹਾ ਦਾ ਡਰ ਹੋਣਾ, ਉਹਨੂੰ ਕੀ ਕਿਹਾ ਜਾਂਦਾ ਹੈ, ਕਲੋਸਟਰੋਫੋਬੀਆ। ਫੋਬੀਆ ਮੀਨਸ ਡਰ, ਐਂਡ ਹਨੇਰੇ ਦਾ ਡਰ ਹੋਣਾ, ਦੈਟ ਇਜ਼ ਕਾਲਡ ਕਲੋਸਟਰੋਫੋਬੀਆ। ਰੈਗੂਲਰ ਯੂਜ਼ਰਸ ਆਫ ਪਲੇਸਿਸ ਔਰ ਰੈਸਟੋਰੈਂਟ ਐਟਸੈਟਰਾ, ਮਤਲਬ ਕਿਸੇ ਰੈਸਟੋਰੈਂਟ ਜਾਂ ਕਿਸੇ ਹੋਰ ਜਗ੍ਹਾ ਦਾ ਰੈਗੂਲਰ ਯੂਜ਼ਰ ਹੋਣਾ, ਮਤਲਬ ਰੋਜ਼ ਯੂਜ਼ ਕਰਨ ਵਾਲਾ ਬੰਦਾ, ਦੈਟ ਇਜ਼ ਕਾਲਡ ਕਲਾਇੰਟੈਲ। ਆਪਾਂ ਨੂੰ ਪਤਾ ਨਾ ਕਲਾਇੰਟ ਕੀ ਹੁੰਦਾ ਹੈ, ਜਿਹੜਾ ਕਿਸੇ ਦਾ ਕੋਈ ਗਾਹਕ ਹੋਵੇ ਉਹਨੂੰ ਕੀ ਕਿਹਾ ਜਾਂਦਾ, ਕਲਾਇੰਟ, ਤਾਂ ਉੱਥੋਂ ਹੀ ਬਣਿਆ ਹੈ ਕਲਾਇੰਟੈਲ। ਅ ਡਰਿੰਕ ਯੂਜ਼ਅਲੀ ਮੇਡ ਫਰੋਮ ਅ ਮਿਕਸਚਰ ਆਫ ਵਨ ਔਰ ਮੋਰ ਐਲਕੋਹਲਿਕ ਡਰਿੰਕਸ, ਇੱਕ ਤੋਂ ਜ਼ਿਆਦਾ ਅਲਕੋਹਲਿਕ ਡਰਿੰਕਸ ਨੂੰ ਮਿਲਾ ਕੇ ਜਿਹੜੀ ਡਰਿੰਕ ਬਣਦੀ ਹੈ ਉਹਨੂੰ ਕੀ ਮਤਲਬ, ਉਹਦੇ ਮਿਕਸਚਰ ਨੂੰ ਕੀ ਕਿਹਾ ਜਾਂਦਾ ਹੈ, ਕੋਕਟੇਲ। ਅ ਸਪਲੀਮੈਂਟ ਟੂ ਅ ਵਿਲ, ਮਤਲਬ ਜਿਹੜੀ ਵਿਲ ਮੀਨਸ ਵਸੀਅਤ, ਇੱਕ ਵਸੀਅਤ ਦਾ ਜਿਹੜੀ ਲੈਟਰ ਹੁੰਦੀ ਹੈ ਉਹਨੂੰ ਕੀ ਕਹਿੰਦੇ ਨੇ, ਉਸ ਸਪਲੀਮੈਂਟ ਨੂੰ ਕੀ ਕਹਿੰਦੇ ਨੇ, ਕੋਡੀਸਿਲ। ਯੂਜ਼ ਆਫ ਫੋਰਸ ਔਰ ਥ੍ਰੈਟਸ ਟੂ ਗੈਟ ਸਮਵਨ ਟੂ ਐਗਰੀ ਟੂ ਸਮਥਿੰਗ, ਮਤਲਬ ਕਿਸੇ ਨੂੰ ਡਰਾ ਧਮਕਾ ਕੇ ਜਾਂ ਜ਼ੋਰ ਜ਼ਬਰਦਸਤੀ ਕਿਸੇ ਚੀਜ਼ ਲਈ ਮਨਾਉਣਾ, ਦੈਟ ਇਜ਼ ਕਾਲਡ ਕੋਐਰਸ਼ਨ। ਅ ਕਲੈਕਸ਼ਨ ਆਫ ਸਲੇਵਸ, ਮਤਲਬ ਗੁਲਾਮ, ਸਲੇਵਸ ਦੀ ਕਲੈਕਸ਼ਨ, ਮਤਲਬ ਗੁਲਾਮਾਂ ਦੀ ਕਲੈਕਸ਼ਨ, ਦੈਟ ਇਜ਼ ਕਾਲਡ ਕੋਫਲ। ਅ ਰਿਮਾਰਕੇਬਲ concurrence of events and circumstances without apparent causal connection, ਠੀਕ ਹੈ, ਮਤਲਬ ਜਦੋਂ ਦੋ ਐਸੀਆਂ ਘਟਨਾਵਾਂ ਵਾਪਰ ਜਾਣ ਇਕੱਠੀਆਂ ਹੀ ਜਿਨ੍ਹਾਂ ਦਾ ਆਪਸ 'ਚ ਕੋਈ ਰਿਲੇਸ਼ਨ ਨਾ ਹੋਵੇ, ਉਹਨੂੰ ਕੀ ਕਿਹਾ ਜਾਂਦਾ ਹੈ, ਕੋਇਨਸੀਡੈਂਸ। ਇਹ ਤਾਂ ਡੇਲੀ ਯੂਜ਼ ਕਰਦੇ ਹਾਂ ਆਪਾਂ ਵਰਡ ਕੋਇਨਸੀਡੈਂਸ, ਕਿ ਕੁਦਰਤੀ ਦੋ ਅਲੱਗ-ਅਲੱਗ ਬਿਨਾਂ ਆਪਸ 'ਚ ਰਿਲੇਟਿਡ ਚੀਜ਼ਾਂ ਜਦੋਂ ਇਕੱਠੀਆਂ ਵਾਪਰ ਜਾਣ ਉਹਨੂੰ ਕਹਿੰਦਾ ਕੋਇਨਸੀਡੈਂਸ। ਅ ਕੋ-ਵਰਕਰ ਇਨ ਐਨ ਆਫਿਸ ਔਰ ਇੰਸਟੀਟਿਊਸ਼ਨ, ਵੀ ਕਿਸੇ ਆਫਿਸ ਜਾਂ ਕਿਸੇ ਸੰਸਥਾ ਵਿੱਚ ਨਾਲ ਕੰਮ ਕਰਨ ਵਾਲੇ ਬੰਦਾ, ਉਹਨੂੰ ਕੀ ਕਿਹਾ ਜਾਂਦਾ ਹੈ, ਕਲੀਗ। ਪਰਸਨਸ ਵਰਕਿੰਗ ਐਟ ਦ ਸੇਮ ਪਲੇਸ, ਤੇ ਇਸੇ ਦਾ ਪਲੂਰਲ ਕੀ ਹੋ ਗਿਆ, ਕਲੀਗਸ, ਠੀਕ ਹੈ, ਜਿਹੜੇ ਬੰਦੇ ਇੱਕੋ ਜਗ੍ਹਾ ਤੇ ਕੰਮ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਕਲੀਗਸ। ਨੈਕਸਟ ਇਜ਼ ਮਿਊਚੁਅਲ ਡਿਸਕੋਰਸ, ਮਤਲਬ ਆਪਸ ਵਿੱਚ ਕੀਤੀ ਹੋਈ ਗੱਲ, ਉਹਨੂੰ ਕੀ ਕਿਹਾ ਜਾਂਦਾ ਹੈ, ਕੋਲੋਕੁਈ। ਨੈਕਸਟ ਹੈ ਅ ਗਾਇਜੈਂਟਿਕ ਇਸ਼ੂ, ਮਤਲਬ ਕਿ ਅ ਗਾਇਜੈਂਟਿਕ ਸਟੈਚੂ, ਮਤਲਬ ਇੱਕ ਬਹੁਤ ਜ਼ਿਆਦਾ ਵੱਡਾ ਸਟੈਚੂ, ਉਹਨੂੰ ਕੀ ਕਹਿੰਦੇ ਨੇ, ਕੋਲੋਸਸ, ਠੀਕ ਹੈ। ਅ ਜਾਇਗੈਂਟਿਕ ਸਟੈਚੂ ਮੀਨਸ ਕੋਲੋਸਸ, ਮਤਲਬ ਬਹੁਤ ਜ਼ਿਆਦਾ ਵੱਡਾ ਸਟੈਚੂ। ਟੂ ਕੀਪ ਅ ਗ੍ਰੇਟ ਪਰਸਨ ਔਰ ਇਵੈਂਟ ਇਨ ਪੀਪਲਸ ਮੈਮਰੀ, ਮਤਲਬ ਕਿਸੇ ਬਹੁਤ ਜ਼ਿਆਦਾ ਸਪੈਸ਼ਲ ਗ੍ਰੇਟ ਪਰਸਨ ਨੂੰ ਯਾਦ ਕਰਨਾ ਜਾਂ ਉਹਨੂੰ ਸ਼ਰਧਾਂਜਲੀ ਦੇਣਾ, ਉਹਨੂੰ ਕੀ ਕਿਹਾ ਜਾਂਦਾ ਹੈ, ਕਮੈਮੋਰੇਟ। ਟੂ ਗਿਵ ਮਨੀ ਫॉर ਸੇਲਸ ਟੂ ਏਜੰਟਸ, ਏਜੰਟਸ ਨੂੰ ਸੇਲ ਕਰਨ ਲਈ ਮਨੀ ਦੇਣਾ, ਦੈਟ ਇਜ਼ ਕਾਲਡ ਕਮਿਸ਼ਨ, ਮਤਲਬ ਜਿੰਨੀ ਜ਼ਿਆਦਾ ਕੋਈ ਸੇਲ ਕਰੂਗਾ ਏਜੰਟ ਕਿਸੇ ਚੀਜ਼ ਦੀ, ਉਹਨੂੰ ਉਨੀ ਜ਼ਿਆਦਾ ਕਮਿਸ਼ਨ ਮਿਲਦੀ ਹੈ। ਮਾਸਟਰ ਆਫ ਸੈਰੇਮਨੀਜ਼, ਮਤਲਬ ਕਿ ਕਿਸੇ ਵੀ ਕੋਈ ਓਕੇਜ਼ਨ ਹੁੰਦਾ, ਕੋਈ ਸੈਰੇਮਨੀ ਹੁੰਦੀ ਹੈ, ਜਦੋਂ ਸਟੇਜ ਕੰਪੇਅਰਿੰਗ ਕੋਈ ਬੰਦਾ ਕਰਦਾ ਹੈ, ਮਾਸਟਰ ਕਰਦਾ, ਉਹਨੂੰ ਕੀ ਕਿਹਾ ਜਾਂਦਾ ਹੈ, ਕੰਪੇਅਰ। ਕੰਪੇਅਰ ਮੀਨਸ ਜਿਹੜਾ ਬੰਦਾ ਸਟੇਜ ਕੰਪੇਅਰਿੰਗ ਕਰੇ। ਨੈਕਸਟ ਇਜ਼ ਵਨ ਹੂ ਸੈਟਸ ਟਾਈਪ ਆਫ ਬੁੱਕਸ, ਨਿਊਜ਼ਪੇਪਰਸ ਐਟਸੈਟਰਾ, ਮਤਲਬ ਜਿਹੜਾ ਬੰਦਾ ਨਿਊਜ਼ਪੇਪਰ ਜਾਂ ਬੁੱਕਸ ਵਗੈਰਾ ਦੀ ਟਾਈਪ ਨੂੰ ਮਤਲਬ ਇੱਕੋ ਪਲੇਸ 'ਤੇ ਅਰੇਂਜ ਕਰੇ, ਦੈਟ ਇਜ਼ ਕਾਲਡ ਕੰਪੋਜ਼ਿਟਰ, ਠੀਕ ਹੈ। ਕੰਪੋਜ਼ਿਟਰ ਕੀ ਹੁੰਦਾ, ਜਿਹੜਾ ਇੱਕੋ ਤਰ੍ਹਾਂ ਦੇ ਬੁੱਕਸ ਜਾਂ ਨਿਊਜ਼ਪੇਪਰਸ ਨੂੰ ਇਕੱਠੇ ਕੰਪੋਜ਼ਿਟ ਕਰਦਾ। ਟੂ ਹੈਵ ਅ ਵੈਰੀ ਹਾਈ ਓਪੀਨੀਅਨ ਅਬਾਊਟ ਵਨ ਸੈਲਫ, ਮਤਲਬ ਆਪਣੇ ਬਾਰੇ ਬਹੁਤ ਜ਼ਿਆਦਾ ਵੱਡਾ ਓਪੀਨੀਅਨ, ਮਤਲਬ ਅਹੰਕਾਰ ਰੱਖਣ ਵਾਲਾ ਬੰਦਾ, ਦੈਟ ਇਜ਼ ਕਾਲਡ ਕੰਸੀਟਿਡ। ਕੈਪੇਬਲ ਆਫ ਬੀਇੰਗ ਇਮੈਜਿਨਡ ਔਰ ਗ੍ਰਾਸਪਡ ਮੈਂਟਲੀ, ਮਤਲਬ ਜਿਹੜੀ ਚੀਜ਼ ਦੀ ਕਲਪਨਾ ਕੀਤੀ ਜਾ ਸਕਦੀ ਹੋਵੇ, ਦੈਟ ਇਜ਼ ਕਾਲਡ ਕੰਸੀਵੇਬਲ। ਲਿਵਿੰਗ ਟੂਗੈਦਰ
ऑफ अ मैन एंड वीमैन विदाउट बीइंग मैरिड टू ईच अदर। मतलब बिना विआह किते जदों कोई मैन एंड वीमैन इकट्ठे रहिंदे हन, दैट इज़ कॉल्ड कंक्यूबिनेज। An apartment or a building in which each apartment is owned separately by people। मतलब एक ऐसी बिल्डिंग ਜਿਹਦੇ ਵਿੱਚ ਹਰ ਇੱਕ ਅਪਾਰਟਮੈਂਟ ਕਿਸੇ ਅਲੱਗ-ਅਲੱਗ ਬੰਦੇ ਨੇ ਖਰੀਦਿਆ ਹੋਵੇ, ਉਹਨੂੰ ਕੀ ਕਿਹਾ ਜਾਂਦਾ? ਐਸੀ ਬਿਲਡਿੰਗ ਨੂੰ ਕੋਂਡੋਮੀਨੀਅਮ। ਜਿਵੇਂ ਫਲੈਟ ਸਿਸਟਮ ਹੁੰਦਾ, ਉਹਦੇ ਵਿੱਚ ਅਲੱਗ-ਅਲੱਗ ਅਪਾਰਟਮੈਂਟ ਅਲੱਗ-ਅਲੱਗ ਬੰਦਿਆਂ ਨੇ ਖਰੀਦਿਆ ਹੁੰਦਾ, ਤਾਂ ਉਹਨੂੰ ਆਪਾਂ ਕੀ ਕਵਾਂਗੇ? ਉਸ ਬਿਲਡਿੰਗ ਨੂੰ ਕੋਂਡੋਮੀਨੀਅਮ। a person who makes and sells sweets and pastries। ਠੀਕ ਹੈ, ਸਵੀਟਸ ਪੇਸਟਰੀਜ਼ ਵੇਚਣ ਵਾਲਾ ਬੰਦਾ, that is called confectioner। to officially take private property away to seize। मतलब ऑफिशियली किसी प्राइवेट प्रॉपर्टी ਨੂੰ ਜ਼ਬਤ ਕਰ ਲੈਣਾ, ਉਹਨੂੰ ਕੀ ਕਹਿੰਦੇ ਹੈ? ਕੌਨਫਿਸਕੇਟ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਕੌਨਫਿਸਕੇਟ। ਨੈਕਸਟ ਹੈ ਕੰਬਸਟੀਬਲਸ ਔਰ ਫਲੇਮੇਬਲ। ਮਤਲਬ ਜਿਹੜੀ ਚੀਜ਼ ਨੂੰ ਜਲਾਇਆ ਜਾ ਸਕੇ, ਉਹਨੂੰ ਕੀ ਕਿਹਾ ਜਾਂਦਾ ਹੈ? ਕਨਫਲੈਗਰੈਂਟ। ਪਰਟੇਨਿੰਗ ਟੂ ਐਨ ਇੰਡੀਵਿਜੂਅਲ ਫਰੋਮ ਬਰਥ। ਜਿਹੜੀ ਚੀਜ਼ ਜਨਮ ਤੋਂ ਹੀ ਹੋਵੇ, ਮਤਲਬ ਜਿਵੇਂ ਕੋਈ ਬਿਮਾਰੀ ਵੀ ਹੈ, ਜਿਵੇਂ ਜੇ ਜਨਮ ਤੋਂ ਹੀ ਕੋਈ ਬਿਮਾਰੀ ਆ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਕੰਜੈਨੀਟਲ ਡਿਜ਼ੀਜ਼। ਠੀਕ ਹੈ, ਤਾਂ ਜਿਹੜੀ ਚੀਜ਼ ਬਰਥ ਤੋਂ ਹੀ ਹੋਵੇ, ਉਹਨੂੰ ਕੀ ਕਿਹਾ ਜਾਂਦਾ ਹੈ? ਕੰਜੈਨੀਟਲ। ਨੈਕਸਟ ਇਜ਼ ਅ ਗੈਦਰਿੰਗ ਐਟ ਅ ਰਿਲੀਜੀਅਸ ਪਲੇਸ। ਮਤਲਬ ਕਿਸੇ ਧਾਰਮਿਕ ਜਗ੍ਹਾ 'ਤੇ ਇਕੱਠ ਹੋਣਾ, ਉਹਨੂੰ ਕੀ ਕਿਹਾ ਜਾਂਦਾ ਹੈ? ਕੌਂਗਰੀਗੇਸ਼ਨ। ਨੈਕਸਟ ਇਜ਼ ਐਨ ਓਪੀਨੀਅਨ ਔਰ ਅ ਕਨਕਲੂਜਨ ਫੋਰਮਡ ਔਨ ਦਾ ਬੇਸਿਸ ਆਫ ਇਨਕੰਪਲੀਟ ਇਨਫੋਰਮੇਸ਼ਨ। ਮਤਲਬ ਕੋਈ ਅਧੂਰੀ ਇਨਫੋਰਮੇਸ਼ਨ ਦੇ ਬੇਸਿਸ 'ਤੇ ਹੀ ਜਦੋਂ ਆਪਾਂ ਕੋਈ ਆਪਣਾ ਡਿਸੀਜ਼ਨ ਲੈ ਲਈਏ ਜਾਂ ਕਿਸੇ ਕਨਕਲੂਜਨ 'ਤੇ ਪਹੁੰਚ ਜਾਈਏ ਜਾਂ ਆਪਣਾ ਕੋਈ ਓਪੀਨੀਅਨ ਰੱਖੀਏ ਬਿਨਾਂ ਪੂਰੀ ਜਾਣਕਾਰੀ ਲਏ, ਉਹਨੂੰ ਕੀ ਕਿਹਾ ਜਾਂਦਾ ਹੈ? ਕੰਜੈਕਚਰ। ਅ ਮੈਨ ਹੂ ਨੋਜ਼ ਅ ਲੋਟ ਅਬਾਊਟ ਥਿੰਗਸ ਲਾਈਕ ਫੂਡ, ਮਿਊਜ਼ਿਕ, ਆਰਟ। ਜਿਸ ਬੰਦੇ ਨੂੰ ਫੂਡ, ਮਿਊਜ਼ਿਕ ਐਂਡ ਆਰਟ ਬਾਰੇ ਬਹੁਤ ਜਾਣਕਾਰੀ ਹੋਵੇ, ਉਹਨੂੰ ਕੀ ਕਹਿੰਦੇ ਹੈ? connoisseur। Next is to imply or suggest an idea in addition to the literal meaning। मतलब ਜਿਹੜੀ ਚੀਜ਼ ਕਿਸੇ ਪਰਟੀਕੂਲਰ ਵਰਡ ਦਾ, ਕਿਸੇ ਪਰਟੀਕੂਲਰ ਆਈਡੀਏ ਦਾ ਮੀਨਿੰਗ ਸਮਝਾਵੇ, ਉਹਨੂੰ ਕੀ ਕਿਹਾ ਜਾਂਦਾ ਹੈ? connote। feeling inside you which tells you what is right and what is wrong। मतलब ਆਪਣੇ ਅੰਦਰ ਦੀ ਫੀਲਿੰਗਸ ਜਿਹੜੀਆਂ ਆਪਾਂ ਨੂੰ ਦੱਸਦੀਆਂ ਕਿ ਚੰਗੀ ਚੀਜ਼ ਕਿਹੜੀ ਹੈ ਅਤੇ ਮਾੜੀ ਚੀਜ਼ ਕਿਹੜੀ ਹੈ। ਮਤਲਬ ਅੱਛੇ ਬੁਰੇ ਦੀ ਸਮਝ ਕਰਾਉਣ ਵਾਲੀ ਜਿਹੜੀ ਆਪਣੇ ਅੰਦਰ ਫੀਲਿੰਗ ਹੁੰਦੀ ਹੈ, ਉਹਨੂੰ ਕੀ ਕਿਹਾ ਜਾਂਦਾ ਹੈ? ਕੌਨਸ਼ੀਅੰਸ। ਨੈਕਸਟ ਇਜ਼ ਗਾਈਡਡ ਬਾਈ ਵਨਸ ਸੈਂਸ ਆਫ ਡਿਊਟੀ। ਮਤਲਬ ਜਿਹੜਾ ਬੰਦਾ ਬਹੁਤ ਹੀ ਇਮਾਨਦਾਰ ਹੋਵੇ, ਉਹਨੂੰ ਕੀ ਕਿਹਾ ਜਾਂਦਾ ਹੈ? ਕੰਸੈਂਸ਼ੀਅਸ। ਕੰਫਰਟ ਸਮਵਨ ਐਟ ਦਾ ਟਾਈਮ ਆਫ ਗਰੀਫ ਔਰ ਡਿਸਅਪੋਇੰਟਮੈਂਟ। ਮਤਲਬ ਕਿਸੇ ਬੰਦੇ ਨੂੰ ਦੁੱਖ ਦੇ ਟਾਈਮ 'ਤੇ ਸਾਂਤਵਨਾ ਦੇਣੀ, ਉਹਨੂੰ ਕੀ ਕਿਹਾ ਜਾਂਦਾ ਹੈ? ਕੰਸੋਲ। ਨੈਕਸਟ ਇਜ਼ ਅ ਨੰਬਰ ਆਫ ਸਟਾਰਸ ਗਰੁੱਪਡ ਟੂਗੈਦਰ। ਮਤਲਬ ਤਾਰਿਆਂ ਦਾ ਸਮੂਹ, ਤਾਰਿਆਂ ਦਾ ਗਰੁੱਪ, ਉਹਨੂੰ ਕੀ ਕਿਹਾ ਜਾਂਦਾ ਹੈ? ਕੌਂਸਟੀਲੇਸ਼ਨ। ਜਿਵੇਂ ਸਪਤਰਿਸ਼ੀ ਹੈ, ਠੀਕ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਕਿ ਉਹ ਕੌਂਸਟੀਲੇਸ਼ਨ ਹੈ। ਸਟੇਟ ਆਫ ਐਂਗਜ਼ਾਈਟੀ ਔਰ ਡਿਸਮੇ ਕੋਜ਼ਿੰਗ ਮੈਂਟਲ ਕਨਫਿਊਜ਼ਨ। ਠੀਕ ਹੈ, ਐਂਗਜ਼ਾਈਟੀ ਦੀ ਸਟੇਟ ਮਤਲਬ ਬਹੁਤ ਜ਼ਿਆਦਾ ਘਬਰਾਹਟ ਹੋਣੀ, ਐਂਗਜ਼ਾਈਟੀ ਹੋਣੀ, ਉਹਨੂੰ ਕੀ ਕਿਹਾ ਜਾਂਦਾ ਹੈ? ਜਿਹਦੇ ਕਰਕੇ ਮੈਂਟਲ ਕਨਫਿਊਜ਼ਨ ਕ੍ਰੀਏਟ ਹੋਵੇ, ਉਹਨੂੰ ਕੀ ਕਿਹਾ ਜਾਂਦਾ ਹੈ? ਕੌਂਸਟਰਨੇਸ਼ਨ। ਇੰਪੋਜ਼ਡ ਅ ਰਿਸਟ੍ਰਿਕਸ਼ਨ ਔਨ। ਮਤਲਬ ਕਿਸੇ ਚੀਜ਼ 'ਤੇ ਰਿਸਟ੍ਰਿਕਸ਼ਨ ਲਗਾਉਣਾ, ਉਹਨੂੰ ਕੀ ਕਿਹਾ ਜਾਂਦਾ ਹੈ? ਮਜਬੂਰ ਕਰਨਾ ਕਿਸੇ ਨੂੰ, ਦੈਟ ਇਜ਼ ਕਾਲਡ ਕੰਸਟ੍ਰੇਨਡ। ਅ ਡਿਜ਼ੀਜ਼ ਵਿਚ ਇਜ਼ ਸਪਰੈਡ ਬਾਈ ਡਾਇਰੈਕਟ ਕੰਟੈਕਟ। ਮਤਲਬ ਡਾਇਰੈਕਟ ਕੰਟੈਕਟ ਵਿੱਚ ਆਉਣ ਨਾਲ, ਛੂਹਣ ਨਾਲ ਜਿਹੜਾ ਰੋਗ ਪੈਦਾ ਹੋਵੇ, ਜਿਹੜੀ ਡਿਜ਼ੀਜ਼ ਹੋਵੇ, ਉਹਨੂੰ ਕੀ ਕਹਿੰਦੇ ਆ? ਕੰਟੇਜੀਅਸ। ਨੈਕਸਟ ਇਜ਼ ਸਮਥਿੰਗ ਮੇਡ ਇੰਪਿਓਰ ਬਾਈ ਐਕਸਪੋਜ਼ਰ ਟੂ ਪੋਲਿਊਟਿੰਗ ਸਬਸਟੈਂਸਿਸ। ਮਤਲਬ ਪੋਲਿਊਸ਼ਨ ਕਰਕੇ ਹੋਣ ਵਾਲੀ ਬਿਮਾਰੀਆਂ, ਉਹਨੂੰ ਕੀ ਕਿਹਾ ਜਾਂਦਾ ਹੈ? ਕੰਟੈਮੀਨੇਟਿਡ। ਠੀਕ ਹੈ, ਮਤਲਬ ਕਿਸੇ ਚੀਜ਼ ਦੇ ਵਿੱਚ ਮਿਲਾਵਟ ਹੋਣਾ, ਸ਼ੁੱਧਤਾ ਨਾ ਹੋਣਾ, ਪ੍ਰਦੂਸ਼ਿਤ ਹੋਣਾ ਉਹਨੂੰ ਕੀ ਕਿਹਾ ਜਾਂਦਾ? ਕੰਟੈਮੀਨੇਟਿਡ। ਜਿਵੇਂ ਗੰਦੇ ਪਾਣੀ ਨੂੰ ਆਪਾਂ ਕਹਿੰਦੇ ਹਾਂ ਕੰਟੈਮੀਨੇਟਿਡ ਵਾਟਰ ਹੈ ਇਹ, ਠੀਕ ਹੈ, ਅਤੇ ਉਹ ਤੋਂ ਹੋਣ ਵਾਲੇ ਡਿਜ਼ੀਜ਼ਿਜ਼ ਨੂੰ ਕਹਿੰਦੇ ਆ ਕੰਟੈਮੀਨੇਟਿਡ ਡਿਜ਼ੀਜ਼ਿਜ਼। ਠੀਕ ਹੈ, ਤਾਂ ਕੰਟੈਮੀਨੇਟਿਡ ਦਾ ਕੀ ਮਤਲਬ ਹੈ? ਵੀ ਜਦੋਂ ਕੋਈ ਚੀਜ਼ ਮਿਲਾਵਟ ਕਰਕੇ ਜਾਂ ਪ੍ਰਦੂਸ਼ਣ ਕਰਕੇ ਸ਼ੁੱਧ ਨਾ ਰਹੇ। ਪਰਸਨਸ ਲਿਵਿੰਗ ਐਟ ਦਾ ਸੇਮ ਟਾਈਮ। ਮਤਲਬ ਸਮਕਾਲੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸੇਮ ਟਾਈਮ 'ਤੇ ਇੱਕੋ ਸਮੇਂ 'ਤੇ ਜਿਹੜੇ ਦੋ ਬੰਦੇ ਹੁੰਦੇ ਨੇ, ਉਹਨੂੰ ਕੀ ਕਿਹਾ ਜਾਂਦਾ? ਕੰਟੈਂਪਰੇਰੀਜ਼।
ਬਿਲੋਂਗ ਟੂ ਸੇਮ ਪੀਰੀਅਡ, ਸੇਮ ਉਹੀ ਕਿ ਇੱਕੋ ਟਾਈਮ ਦੇ ਹੋਣ ਵਾਲੀ ਚੀਜ਼ਾਂ ਜਾਂ ਪਰਸਨਸ ਦੈਟ ਆਰ ਕਾਲਡ ਕੰਟੈਂਪਰੇਰੀ। ਸਮਵਨ ਹੂ ਇਜ਼ ਸੈਟਿਸਫਾਈਡ ਵਿਦ ਲਾਈਫ ਇਨ ਜਨਰਲ, ਮਤਲਬ ਜਿਹੜਾ ਬੰਦਾ ਆਪਣੀ ਲਾਈਫ ਦੇ ਵਿੱਚ ਸੰਤੁਸ਼ਟ ਰਹਿੰਦਾ ਹੈ ਹਮੇਸ਼ਾ, ਦੈਟ ਇਜ਼ ਕਾਲਡ ਕੰਟੈਂਟਿਡ। ਨੈਕਸਟ ਇਜ਼ ਟਚਿੰਗ ਅਲੋਂਗ ਦ ਸਾਈਡ ਔਰ ਬਾਉਂਡਰੀ, ਮਤਲਬ ਕਿਸੇ ਟਚਿੰਗ ਅਲੋਂਗ ਦ ਸਾਈਡ ਔਰ ਬਾਉਂਡਰੀ, ਮਤਲਬ ਬਹੁਤ ਨੇੜੇ ਦੀ ਕੋਈ ਚੀਜ਼ ਹੋਣੀ, ਠੀਕ ਹੈ, ਬਿਲਕੁਲ ਨਜ਼ਦੀਕ ਹੋਣਾ, ਜਿਹੜੇ ਕਿ ਆਪਣੀ ਬਾਉਂਡਰੀ ਨੂੰ ਟੱਚ ਕਰਨ। ਜਿਵੇਂ ਦੋ ਬਿਲਡਿੰਗਸ ਹੈ, ਉਹ ਆਪਣੀ ਬਾਉਂਡਰੀ ਨੂੰ ਟੱਚ ਕਰ ਰਹੀਆਂ, ਇੱਕ ਦੂਜੇ ਦੀ ਬਾਉਂਡਰੀ ਨੂੰ ਟੱਚ ਕਰ ਰਹੀਆਂ, ਦੈਟ ਆਰ ਕਾਲਡ ਕੌਂਟੀਜੂਅਸ। ਸਮਥਿੰਗ ਦੈਟ ਮਾਈਟ ਹੈਪਨ ਇਨ ਦ ਫਿਊਚਰ, ਠੀਕ ਹੈ, ਭਵਿੱਖ ਵਿੱਚ ਹੋਣ ਵਾਲੀ ਕੋਈ ਵੀ ਘਟਨਾ, ਦੈਟ ਇਜ਼ ਕਾਲਡ ਕੌਂਟੀਜੈਂਸੀ। ਨੈਕਸਟ ਹੈ ਐਨ ਆਊਟਲਾਈਨ ਰੀਪ੍ਰਜੈਂਟਿੰਗ ਔਰ ਬਾਉਂਡਿੰਗ ਦਾ ਸ਼ੇਪ ਔਰ ਫੋਰਮ ਆਫ ਸਮਥਿੰਗ, ਠੀਕ ਹੈ, ਕਿਸੇ ਚੀਜ਼ ਜਾਂ ਆਊਟਲਾਈਨ ਰੀਪ੍ਰਜੈਂਟ ਕਰਨੀ, ਮਤਲਬ ਸ਼ੇਪ ਰੀਪ੍ਰਜੈਂਟ ਕਰਨੀ, ਰੂਪ ਰੇਖਾ ਤਿਆਰ ਕਰਨੀ। ਜਿਵੇਂ ਆਪਾਂ ਘਰ ਬਣਾਉਂਦੇ ਹਾਂ, ਉਹ ਤੋਂ ਪਹਿਲਾਂ ਆਪਾਂ ਉਹਦਾ ਨਕਸ਼ਾ ਬਣਵਾਉਂਦੇ ਹਾਂ, ਠੀਕ ਹੈ, ਇੱਕ ਮਾਡਲ ਤਿਆਰ ਕਰਦੇ ਹਾਂ, ਇੱਕ ਰੂਪ ਰੇਖਾ ਤਿਆਰ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਘਰ ਦਿਖੂਗਾ ਬਣਨ ਤੋਂ ਬਾਅਦ, ਦੈਟ ਇਜ਼ ਕਾਲਡ, ਉਹ ਰੂਪ ਰੇਖਾ ਤਿਆਰ ਕਰਨੀ ਕਿਸੇ ਵੀ ਚੀਜ਼ ਦੀ, ਬੇਸਿਕ ਮਾਡਲ ਤਿਆਰ ਕਰਨਾ, ਦੈਟ ਇਜ਼ ਕਾਲਡ ਕੰਟੂਰ। prohibited by law or treaty from being imported or exported, ਠੀਕ ਹੈ, ਜਿਹੜੀ ਚੀਜ਼ ਨੂੰ ਲਾਅ ਦੇ ਵਿੱਚ ਨਹੀਂ ਪਰਮਿਸ਼ਨ ਮਿਲੀ ਹੋਈ ਇੰਪੋਰਟ ਜਾਂ ਐਕਸਪੋਰਟ ਕਰਨ ਦੀ, ਫਿਰ ਵੀ ਉਹਨੂੰ ਵੇਚਣਾ, ਦੈਟ ਇਜ਼ ਕਾਲਡ ਕੰਟਰਾਬੈਂਡ, ਜਿਹਨੂੰ ਆਪਾਂ ਤਸਕਰੀ ਕਹਿ ਦਿੰਦੇ ਹਾਂ, ਸਮਗਲਿੰਗ ਕਹਿ ਦਿੰਦੇ ਹਾਂ, ਉਹੀ ਹੈ। A region of injured tissue or skin in which blood capillaries have been ruptured, ਜੋ ਮਤਲਬ ਜਦੋਂ ਨੀਲ ਪੈ ਜਾਂਦਾ ਹੈ, ਠੀਕ ਹੈ, ਜਿਹਦੇ ਮਤਲਬ ਬੋਡੀ ਦਾ ਉਹ ਪਾਰਟ, ਰੀਜਨ, ਉਹ ਏਰੀਆ ਜਿਹਦੇ ਵਿੱਚ ਸਕਿਨ ਜਾਂ ਟਿਸ਼ੂ ਇੰਜਰਡ ਹੋਏ ਹੋਣ, ਜਿਹਦੇ ਕਰਕੇ ਬਲੱਡ ਕੈਪੀਲਰੀਜ਼ ਜਿਹੜੀਆਂ ਉਹ ਰਪਚਰ ਹੋ ਜਾਣ, ਮਤਲਬ ਉਹਦੇ ਵਿੱਚ ਬਲੱਡ ਸਰਕੂਲੇਸ਼ਨ ਨਾ ਹੋ ਪਾਵੇ, ਤਾਂ ਉਹਨੂੰ ਕੀ ਕਹਿੰਦੇ ਆ, ਮਤਲਬ ਨੀਲ ਨੂੰ ਕੀ ਕਹਿੰਦੇ ਨੇ, ਕੰਟਿਊਜ਼ਨ। ਅ ਮੈਨ ਹੂ ਇਜ਼ ਰਿਕਵਰਿੰਗ ਫਰੋਮ ਇਲਨੈਸ, ਜਿਹੜਾ ਬੰਦਾ ਬਿਮਾਰੀ ਤੋਂ ਹੁਣੇ ਉੱਠਿਆ ਹੋਵੇ, ਮਤਲਬ ਬਿਮਾਰੀ ਤੋਂ ਹੁਣੇ ਸਹੀ ਹੋਇਆ ਹੋਵੇ, ਦੈਟ ਇਜ਼ ਕਾਲਡ ਕਨਵੈਲੇਸੈਂਟ। ਅ ਪਲੇਸ ਵੇਅਰ ਨਨਸ ਲਿਵ ਐਂਡ ਵਰਕ, ਠੀਕ ਹੈ, ਜਿੱਥੇ ਨਨਸ ਰਹਿੰਦੀਆਂ ਅਤੇ ਕੰਮ ਕਰਦੀਆਂ, ਉਹਨੂੰ ਕੀ ਕਿਹਾ ਜਾਂਦਾ ਹੈ, ਕੌਨਵੈਂਟ। ਅ ਸੈਰੇਮਨੀ ਆਫ ਕਰਾਊਨਿੰਗ ਅ ਕਿੰਗ ਔਰ ਅ ਸੋਵਰਨ, ਮਤਲਬ ਕਿਸੇ ਕਿੰਗ ਦਾ, ਕਿਸੇ ਰਾਜਾ ਦਾ ਰਾਜ ਤਿਲਕ ਕਰਨਾ, ਰਾਜ ਅਭਿਸ਼ੇਕ ਕਰਨਾ, ਉਹਨੂੰ ਗੱਦੀ 'ਤੇ ਬਿਠਾਉਣਾ, ਉਹਨੂੰ ਕੀ ਕਹਿੰਦੇ ਨੇ, ਕੋਰੋਨੇਸ਼ਨ। ਸਾਇੰਸ ਆਫ ਕੌਨਸਟੀਟਿਊਸ਼ਨ ਆਫ ਹੋਲ ਯੂਨੀਵਰਸ, ਠੀਕ ਹੈ, ਸਾਰੇ ਯੂਨੀਵਰਸ ਦੀ ਕੌਨਸਟੀਟਿਊਸ਼ਨ ਦੀ ਸਾਇੰਸ ਪੜ੍ਹਨੀ, ਸਾਇੰਸ ਸਾਰੇ ਮਤਲਬ ਯੂਨੀਵਰਸ ਦੀ ਜਾਣਕਾਰੀ ਹੋਣੀ, ਮਤਲਬ ਉਸ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ, ਕੋਸਮੋਗ੍ਰਾਫੀ। ਐਂਡ ਨੈਕਸਟ ਹੈ ਵਨ ਹੂ ਇਜ਼ ਅ ਸਿਟੀਜ਼ਨ ਨੋਟ ਆਫ ਅ ਕੰਟਰੀ ਬਟ ਦਾ ਹੋਲ ਵਰਲਡ, ਜਿਹੜਾ ਬੰਦਾ ਕਿਸੇ ਇੱਕ ਕੰਟਰੀ ਦਾ ਸਿਟੀਜ਼ਨ ਨਾ ਹੋ ਕੇ ਅਲੱਗ-ਅਲੱਗ ਜਗ੍ਹਾ 'ਤੇ ਕਦੀ ਕਿੱਥੇ ਰਹਿੰਦਾ, ਕਦੀ ਕਿਸੇ ਕੰਟਰੀ 'ਚ ਰਹਿੰਦਾ, ਕਦੀ ਕਿਸੇ ਕੰਟਰੀ 'ਚ ਰਹਿੰਦਾ, ਉਸਨੂੰ ਕੀ ਕਿਹਾ ਜਾਂਦਾ ਹੈ, ਕੋਸਮੋਪੋਲੀਟਨ। ਦੈਟ ਵਿਚ ਕੈਨ ਬੀ ਬਿਲੀਵਡ, ਜਿਸ ਚੀਜ਼ 'ਤੇ, ਜਿਸ ਗੱਲ 'ਤੇ ਵਿਸ਼ਵਾਸ ਕੀਤਾ ਜਾ ਸਕੇ, ਉਹਨੂੰ ਕੀ ਕਹਿੰਦੇ ਨੇ, ਕ੍ਰੈਡੀਬਲ, ਜਾਂ ਜਿਸ ਬੰਦੇ 'ਤੇ ਵਿਸ਼ਵਾਸ ਕੀਤਾ ਜਾ ਸਕੇ, ਦੈਟ ਇਜ਼ ਕਾਲਡ ਕ੍ਰੈਡੀਬਲ। ਵਨ ਹੂ ਬਿਲੀਵਸ ਐਵਰੀਥਿੰਗ ਹੀ ਔਰ ਸ਼ੀ ਹੀਅਰਸ, ਜਿਹੜਾ ਬੰਦਾ ਸੁਣਨ ਵਾਲੀ ਹਰ ਗੱਲ 'ਤੇ ਵਿਸ਼ਵਾਸ ਕਰ ਲਵੇ, ਉਹਨੂੰ ਕੀ ਕਿਹਾ ਜਾਂਦਾ ਹੈ, ਕ੍ਰੈਡੂਲਸ। ਅ ਸਿਸਟਮ ਆਫ ਰਿਲੀਜੀਅਸ ਬਿਲੀਫਸ ਔਰ ਫੇਥ, ਮਤਲਬ ਧਾਰਮਿਕ ਮਾਨਿਅਤਾਵਾਂ 'ਤੇ ਵਿਸ਼ਵਾਸ ਕਰਨਾ, ਜਿਵੇਂ ਵਹਿਮਾਂ ਭਰਮਾਂ 'ਤੇ ਵਿਸ਼ਵਾਸ ਕਰਨਾ, ਉਹਨੂੰ ਕੀ ਕਹਿ ਦਿੱਤਾ ਜਾਂਦਾ ਹੈ, ਕ੍ਰੀਡ। ਅ ਪ੍ਰਿੰਸੀਪਲ ਔਰ ਸਟੈਂਡਰਡ ਬਾਈ ਵਿਚ ਐਨੀਥਿੰਗ ਇਜ਼ ਔਰ ਕੈਨ ਬੀ ਜੱਜਡ, ਠੀਕ ਹੈ, ਕਿਸੇ ਕੋਈ ਐਸਾ ਸਟੈਂਡਰਡ ਜਾਂ ਮਾਪਦੰਡ ਜਿਹਦੇ ਬੇਸਿਸ 'ਤੇ ਆਪਾਂ ਕਿਸੇ ਵੀ ਚੀਜ਼ ਨੂੰ ਜੱਜ ਕਰ ਸਕੀਏ, ਉਹਨੂੰ ਕੀ ਕਿਹਾ ਜਾਂਦਾ ਹੈ, ਕ੍ਰਾਈਟੀਰੀਆ। ਜਿਵੇਂ ਹਰ ਚੀਜ਼ ਦਾ ਆਪਣਾ ਕ੍ਰਾਈਟੀਰੀਆ ਹੁੰਦਾ ਹੈ, ਆਪਾਂ ਕਿਸੇ ਜੋਬ ਲਈ ਅਪਲਾਈ ਕਰਦੇ ਹਾਂ, ਉਹਦੇ ਵਿੱਚ ਕੈਂਡੀਡੇਟਸ ਨੂੰ ਸਿਲੈਕਟ ਕਰਨ ਦਾ ਆਪਣਾ ਕ੍ਰਾਈਟੀਰੀਆ ਹੁੰਦਾ, ਠੀਕ ਹੈ, ਤਾਂ ਉਹਨਾਂ ਨੇ ਇੱਕ ਪ੍ਰਿੰਸੀਪਲ ਬਣਾਇਆ ਹੋਇਆ, ਇੱਕ ਸਟੈਂਡਰਡ ਸੈੱਟ ਕੀਤਾ ਹੋਇਆ ਕਿ ਗ੍ਰੈਜੂਏਸ਼ਨ ਐਟਲੀਸਟ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਤਾਂ ਇਹਨੂੰ ਕੀ ਕਹਿੰਦੇ ਹਾਂ ਆਪਾਂ, ਕ੍ਰਾਈਟੀਰੀਆ। ਜਦੋਂ ਕੋਈ ਲਿਮੀਟੇਸ਼ਨ ਸੈੱਟ ਕਰ ਦਿੱਤੀ ਜਾਵੇ, ਇੱਕ ਸਟੈਂਡਰਡ ਸੈੱਟ ਕਰ ਦਿੱਤਾ ਜਾਵੇ। ਵਨ ਹੂ ਫਾਈਂਡਸ ਨਥਿੰਗ ਗੁੱਡ ਇਨ ਐਨੀਥਿੰਗ, ਜਿਸ ਬੰਦੇ ਨੂੰ ਕਿਸੇ ਵੀ ਚੀਜ਼ 'ਚ ਕੁਛ
ਵਧੀਆ ਨਾ ਲੱਗੇ, ਮਤਲਬ ਹਮੇਸ਼ਾ ਉਹ ਦੂਜਿਆਂ ਦੀ ਆਲੋਚਨਾ ਕਰਦਾ ਰਵੇ, ਉਸ ਬੰਦੇ ਨੂੰ ਕਿਹਾ ਜਾਂਦਾ ਹੈ ਕ੍ਰਿਟਿਕ। ਨੈਕਸਟ ਇਜ਼ ਇੰਸਟਰੂਮੈਂਟ ਯੂਜ਼ਡ ਫॉर ਕੋਡਿੰਗ ਐਂਡ ਡੀਕੋਡਿੰਗ ਮੈਸੇजेस। ਠੀਕ ਹੈ, ਮੈਸੇजेस ਨੂੰ ਕੋਡ ਕਰਨ ਦਾ ਐਂਡ ਡੀਕੋਡ ਕਰਨ ਦਾ ਜਿਹੜਾ ਯੰਤਰ ਹੈ ਉਹਨੂੰ ਕਿਹਾ ਜਾਂਦਾ ਕ੍ਰਿਪਟੋਗ੍ਰਾਫ। ਅ ਸ਼ਾਰਟ ਥਿਕ ਸਟਿਕ ਯੂਜ਼ਡ ਐਜ਼ ਅ ਵੈਪਨ। ਠੀਕ ਹੈ, ਇੱਕ ਛੋਟੀ ਮੋਟੀ ਲੱਕੜੀ ਜਿਹਨੂੰ ਲੱਕੜੀ ਨਹੀਂ ਸੌਰੀ ਸਟਿਕ ਜਿਹਨੂੰ ਵੈਪਨ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ। ਠੀਕ ਹੈ, ਜਿਹਨੂੰ ਲਾਠੀ ਕਹਿ ਦਿੰਦੇ ਹਾਂ, ਗਦਾ ਕਹਿ ਦਿੰਦੇ ਹਾਂ ਆਪਾਂ, ਉਹਨੂੰ ਕੀ ਕਹਿੰਦੇ ਨੇ, ਕਜਲ। ਗਿਲਟੀ ਆਫ ਕ੍ਰਾਈਮ ਮਤਲਬ ਜਿਹੜਾ ਅਪਰਾਧੀ ਹੋਵੇ ਉਹਨੂੰ ਕੀ ਕਹਿੰਦੇ ਨੇ, ਕਲਪੇਬਲ। ਕਲਪ੍ਰਿਟ ਸੁਣਿਆ ਹੋਊਗਾ ਤੁਸੀਂ। ਠੀਕ ਹੈ, ਉੱਥੋਂ ਹੀ ਬਣਿਆ ਵਰਡ ਕਲਪੇਬਲ। ਨੈਕਸਟ ਹੈ ਵਨ ਹੂ ਇਜ਼ ਇਨ ਚਾਰਜ ਆਫ ਮਿਊਜ਼ੀਅਮ। ਕਿਸੇ ਮਿਊਜ਼ੀਅਮ ਦਾ ਇੰਚਾਰਜ ਉਹਨੂੰ ਕਿਹਾ ਜਾਂਦਾ ਕਿਊਰੇਟਰ। ਵਨ ਹੂ ਸਨੀਅਰਸ ਐਟ ਏਮਸ ਐਂਡ ਬਿਲੀਵਸ ਆਫ ਹਿਜ਼ ਫੈਲੋਮੈਨ। ਮਤਲਬ ਕਿ ਜਿਹੜਾ ਬੰਦਾ ਆਪਣੇ ਸਾਥੀ ਦੇ, ਆਪਣੇ ਫੈਲੋਮੈਨ ਦੇ ਏਮਸ ਐਂਡ ਬਿਲੀਵਸ 'ਤੇ ਸਨੀਅਰ ਕਰੇ, ਮਤਲਬ ਕਿ ਹਮੇਸ਼ਾ ਦੂਜਿਆਂ ਦੇ ਏਮਸ ਐਂਡ ਬਿਲੀਵਸ ਦੇ ਵਿੱਚ ਬੁਰਾਈਆਂ ਹੀ ਲੱਭੇ, ਟੋਕੇ, ਉਹਨੂੰ ਕੀ ਕਿਹਾ ਜਾਂਦਾ ਹੈ, ਸਾਈਨਿਕ। ਨੈਕਸਟ ਇਜ਼ ਫੋਬੀਆ ਆਫ ਡੋਗਸ। ਠੀਕ ਹੈ, ਕੁੱਤਿਆਂ ਦਾ ਡਰ ਹੋਣਾ, ਦੈਟ ਇਜ਼ ਕੋਲਡ ਸਾਈਨੋਫੋਬੀਆ। ਸੈਂਟਰ ਆਫ ਅਟਰੈਕਸ਼ਨ, ਜਿਹੜਾ ਬੰਦਾ ਸੈਂਟਰ ਆਫ ਅਟਰੈਕਸ਼ਨ ਹੋਵੇ ਜਾਂ ਜਿਹੜੀ ਚੀਜ਼ ਸੈਂਟਰ ਆਫ ਅਟਰੈਕਸ਼ਨ ਹੋਵੇ, ਦੈਟ ਇਜ਼ ਕੋਲਡ ਸਾਈਨੋਸ਼ਿਓਰ। ਤਾਂ ਦੋਸਤੋ ਇਹ ਸੀ ਆਪਣੇ ਸੀ ਲੈਟਰਸ ਵਾਲੇ ਵਨ ਵਰਡ ਸਬਸਟੀਟਿਊਸ਼ਨ। ਐਂਡ ਇਸ ਤੋਂ ਪਹਿਲਾਂ ਕਿ ਆਪਣੀ ਨੈਕਸਟ ਵੀਡੀਓ ਆਵੇ ਡੀ ਲੈਟਰ ਦੇ ਵਨ ਵਰਡ ਸਬਸਟੀਟਿਊਸ਼ਨ ਵਾਲੀ, ਉਸ ਤੋਂ ਪਹਿਲਾਂ ਤੁਸੀਂ ਏ ਬੀ ਐਂਡ ਸੀ ਇਹਨਾਂ 3 ਲੈਟਰਸ ਦੇ ਵਨ ਵਰਡ ਸਬਸਟੀਟਿਊਸ਼ਨ ਯਾਦ ਕਰ ਲੈਣੇ ਨੇ ਤਾਂ ਕਿ ਆਪਣੀ ਪਟਵਾਰੀ ਦੇ ਪੇਪਰ ਲਈ ਵਧੀਆ ਤਿਆਰੀ ਹੋ ਸਕੇ। ਐਂਡ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਅਤੇ ਸਮਝ ਆ ਰਿਹਾ ਹੈ ਜੇ ਸਭ ਕੁਛ, ਦੈਨ ਪਲੀਜ਼ ਲਾਈਕ ਆਰ ਵੀਡੀਓ ਐਂਡ ਸ਼ੇਅਰ ਇਟ ਵਿਦ ਯੋਰ ਫਰੈਂਡਸ। ਐਂਡ ਜੇ ਤੁਸੀਂ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੈ ਤਾਂ ਜਲਦੀ ਤੋਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ। ਥੈਂਕ ਯੂ।